हरे कृष्णा। ਅੱਜ ਮੈਂ ਫਿਰ ਦੁਬਾਰਾ ਤੁਹਾਡੇ ਸਾਰਿਆਂ सम्मुख ਆਇਆ ਹਾਂ ਇੱਕ ਨਏ ਮੈਸੇਜ ਦੇ ਨਾਲ ਕਿ ਹੁਣ ਅਧਿਆਤਮਿਕ ਜੀਵਨ ਦਾ ਮਹੱਤਵ ਕੀ ਹੈਗਾ ਸਾਡੇ ਜੀਵਨ ਦੇ ਵਿੱਚ। ਪਰ ਇਹ ਤੋਂ ਜਾਣਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਪੈਣਾ ਕਿ ਇਹ ਜਿਹੜਾ ਸਾਨੂੰ ਮਨੁੱਖ ਜੀਵਨ ਮਿਲਿਆ ਹੈ ਇਹ ਕਿੰਨਾ ਕੀਮਤੀ ਹੈਗਾ। ਤੇ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਜਿਹੜਾ ਸ਼ਲੋਕਾ ਹੈਗਾ ਇਹ ਪद्म पुराण ਤੋਂ ਹੈਗਾ। ਉੱਥੇ ਲਿਖਿਆ ਹੈ जलज नव लक्षणी स्थावर लक्ष विमश्यति कृम्यो रुद्र संख्या कहा पक्षिणाम दक्ष लक्षणाम त्रिंशला लक्षणी पशवरा चतुर्लक्षणी मानवा। भी ਇਹਦਾ तात्पर्य इदा हैगा कि पानी के जीव जंतु 9 लाख हैगे हैं, पेड़ पौधे 20 लाख हैगे हैं, कीड़े मकोड़े 11 लाख हैगे हैं, ते पक्षी 10 लाख हैगे हैं, पशु 30 लाख हैगे हैं, देवता दैत्य मानव दानव आदि उन्हां दी 4 लाख यूनियां हैगी है ते इनू मिला के बनता है 84 लाख। कहने का मतलब कि 84 लाख यूनियां दे विच एक यूनी हैगी है मनुष्य जीवन। ਤੇ ਇਹ ਜੀਵਨ ਇੰਨਾ ਕੀਮਤੀ ਹੈਗਾ ਕਿ ਤੁਸੀਂ ਇਹਦਾ ਹਿਸਾਬ ਵੀ ਨਹੀਂ ਲਗਾ ਸਕਦੇ। ਤੇ ਦੇਖੋ ਜੀ ਭਾਗਵਤ ਗੀਤਾ ਸ਼੍ਰੀਮਦ ਭਾਗਵਤਮ ਤੇ अन्य ਜਿਹੜੇ ਵੈਦਿਕ ਸ਼ਾਸਤਰ ਹੈਗੇ ਆ ਸਾਨੂੰ ਇਹਦੇ ਬਾਰੇ ਸਚੇਤ ਕਰਦੇ ਆ ਕਿ ਇਹ ਜਿਹੜਾ ਮਨੁੱਖ ਜੀਵਨ ਹੈ ਨਾ ਇਹਨੂੰ ਤੁਸੀਂ ਵਿਅਰਥ ਇਦਾਂ ਹੀ ਨਾ ਗਵਾਓ ਫालतू ਦੇ ਕੰਮਾਂ ਦੇ ਵਿੱਚ। ਉਹ ਤੋਂ ਪਹਿਲਾਂ ਮੈਂ ਅੱਗੇ ਵਧਾਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ। ਤੁਸੀਂ ਇਹ ਸਾਰੇ ਜਣੇ ਦੇਖ ਸਕਦੇ ਹੋ ਇਹ ਕੀ ਹੈਗਾ, ਇਹ ਪੈਨ ਹੈਗਾ, ਠੀਕ ਹੈ। ਇਹ ਪੈਨ ਦਾ ਕਿੰਨੇ ਸਾਰੇ ਪਰਪਸ ਹੈਗੇ ਆ, ठीक है। एग्जाम्पल के तौर पर मैं इनू अपने सर ते खारिश कर सकता हाँ, ठीक है। जोड़े सेल्समैन आते हैं वो डोर भी नॉक कर सकते हैं। जे कोई क्लास दे विच सो रहा है टीचर की करती है पैन लेके उन्होंने मारती है उन्होंने उठाने लई ते ये बुक मार्क दे विच भी यूज हो सकता है। तो जदों असीं स्कूल दे विच सीगे ते मैं ते मेरे फ्रेंड वो की करते सी टेबल के उपर रख के एक दूजे नाल पैन फाइट करते सी, कहते भी मेरा पैन तेरा पैन नाल ज़्यादा स्ट्रोंग हैगा। पर ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਇਹ ਪਰਪਸ ਲਈ ਬਣਿਆ ਆ? ਨਹੀਂ, ਇਹਦਾ ਮੂਲ ਉਦੇਸ਼ ਕੀ ਹੈਗਾ, ਇਹਦਾ ਪ੍ਰਾਇਮਰੀ ਪਰਪਸ ਕੀ ਹੈਗਾ ਪੈਨ ਬਣਾਉਣ ਦਾ ਹੈਗਾ ਇਹਨੂੰ ਲਿਖਣਾ। ਤੇ ਜਦੋਂ ਇਹ ਮੇਨ ਪਰਪਸ ਫੁੱਲਫਿਲ ਨਾ ਹੋਇਆ ਤੇ ਬਾਕੀ ਜਦ ਪਰਪਸ ਫੁੱਲਫਿਲ ਹੋ ਰਹੇ ਹੈ ਤੇ ਕਹਿਣ ਦਾ ਮਤਲਬ ਕੀ ਹੈ ਇਹ ਪੈਨ ਬਣਾਉਣ ਦਾ ਕੀ ਹੋਇਆ ਵਿਅਰਥ। ਇਹਦਾ ਕੋਈ ਮਤਲਬ ਨਹੀਂ ਹੋਇਆ ਕਿ ਅਸੀਂ ਪੈਨ ਬਣਾਈਏ। ਤੇ ਇਸ ਕਰਕੇ ਜਿਹੜਾ ਮਨੁੱਖ ਜੀਵਨ ਹੈਗਾ ਉਹਦਾ ਜਿਹੜਾ ਪ੍ਰਾਇਮਰੀ ਉਦੇਸ਼ ਹੈਗਾ ਉਹਦਾ ਜਿਹੜਾ ਮੁੱਖ ਉਦੇਸ਼ ਹੈਗਾ ਉਹ ਹੈਗਾ ਆਪਣੇ ਆਪ ਨੂੰ ਜਾਣਨਾ, ਭਗਵਾਨ ਉਹਨਾਂ ਨੂੰ ਜਾਣਨਾ ਤੇ ਮੇਰਾ ਤੇ ਭਗਵਾਨ ਦੇ ਵਿੱਚ ਕੀ ਸੰਬੰਧ ਹੈਗਾ ਉਸ ਰਿਸ਼ਤੇ ਨੂੰ ਜਾਣਨਾ। ਤੇ ਮੈਂ ਇਸ ਭੌਤਿਕ ਜਗਤ ਦੇ ਵਿੱਚ ਕਿਉਂ ਨਾ ਸਫ਼ਰ ਕਰ ਰਿਹਾ ਹਾਂ ਤੇ ਇਹਦਾ ਸੋਲੂਸ਼ਨ ਕੀ ਹੈਗਾ, ਇਹਦਾ ਹੱਲ ਕੀ ਹੈਗਾ। ਕਿਆ ਇਹੀ ਮੇਰਾ ਸਥਾਨ ਹੈਗਾ, ਕਿਆ ਮੈਂ ਇੱਥੇ ਹੀ ਰਹਿਣਾ ਆ ਜਾਂ ਮੈਂ ਅੱਗੇ ਵੀ ਵੱਧ ਸਕਦਾ ਆ ਤੇ ਮੇਰਾ ਘਰ ਕਿੱਥੇ ਹੈਗਾ, क्यों मैं इतने इन्ना सफ़र कर रहा है। ये किन्ने सारे क्वेश्चन हैगे जोड़े बुद्धिमान जोड़े इंटैलीजेंट व्यक्ति है ना उन्होंने दिमाग के विचों आते हैं, बाकी किसी के दिमाग के विचों नहीं आते। जो तुसी थंबनेल देखा होना तो वो चमकीले की फोटो हैगी है तो तुसी सारे हरियाणे होने भी ये चमकीला ये किहड़ा अध्यात्मिक ज्ञान दे रहा है। पर मैं तुहानूं दस देवां कि 1987 के विच 1987 के विच चमकीले ने एक गाना कढ़िया सीगा 2.5 दिन दी परौणी है इत्थे तू ਐਵੇਂ ਨਾ ਜਿੰਦੇ ਮਾਨ ਕਰੀ। ਉਹ ਜਿਹੜਾ ਪੂਰਾ ਦਾ ਪੂਰਾ ਗਾਣਾ ਹੈਗਾ ਉਹ ਐਗਜ਼ੈਕਟਲੀ ਫਿੱਟ ਹੁੰਦਾ ਆ ਭਾਗਵਤ ਗੀਤਾ ਤੇ ਸ਼੍ਰੀਮਦ ਭਾਗਵਤ ਦੇ ਮੈਸੇਜ ਨਾਲ ਕਿ ਸਾਧੂ ਸੰਤ ਭਗਵਾਨ ਸ਼੍ਰੀ ਕ੍ਰਿਸ਼ਨ ਸਾਨੂੰ ਕਿਉਂ ਦੱਸ ਰਹੇ ਹੈ ਕਿ ਵੀ ਆ ਜਿਹੜਾ ਮਨੁੱਖ ਜੀਵਨ ਹੈ ਉਹ ਇੰਨਾ ਕੀਮਤੀ ਕਿਉਂ ਹੈਗਾ। ਚਲੋ ਅਸੀਂ ਉਹਦੇ ਗੀਤ ਨੂੰ ਲੈਂਦੇ ਹਾਂ ਤੇ ਉਹਦੇ ਗੀਤ ਨੂੰ ਇੱਕ ਇੱਕ ਪੈਰਾਗ੍ਰਾਫ ਨੂੰ ਇੱਕ ਇੱਕ ਸਟੈਂਜਾ ਨੂੰ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ कि ਇਹਦੇ ਵਿੱਚ ਚਮਕੀਲਾ ਕੀ ਕਹਿ ਰਿਹਾ ਹੈ। ਕਿਉਂਕਿ ਸ਼ਿਲਾ ਪ੍ਰਭੂਪਾਦ ਜੀ ਕਹਿੰਦੇ ਹੈ ਕਿ ਕੋਈ ਵੀ ਨੌਲੇਜ ਜੇ ਸਾਡੇ ਭਗਤੀ ਦੇ ਵੱਲ ਅਨੁਕੂਲ ਹੋਵੇ ਉਹ ਨੌਲੇਜ ਅਸੀਂ ਕਿਤੋਂ ਵੀ ਲੈ ਸਕਦੇ ਹਾਂ। ਤੇ ਤੁਸੀਂ ਸਕਰੀਨ ਦੇ ਵਿੱਚ ਦੇਖੋ ਤੇ ਇਹਦਾ ਜਿਹੜਾ ਪਹਿਲਾ ਸਟੈਂਜਾ ਆਏਗਾ ਤੁਸੀਂ ਸੁਣੋ। 2.5 ਦਿਨ ਦੀ ਪਰੌਣੀਏ ਇੱਥੇ ਤੂੰ ਐਵੇਂ ਨਾ ਜਿੰਦੇ ਮਾਣ ਕਰੀ ਪੁੰਨ ਕੱਟ ਲੈ ਨੀ ਪੁੰਨ ਕੱਟ ਲੈ ਪੁੰਨ ਕੱਟ ਲੈ ਸਵਾਸਾ ਵਾਲੀ ਰੂ ਐਵੇਂ ਨਾ ਜਿੰਦੇ ਮਾਣ ਕਰੀ। ਦੇਖੋ ਇਹਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਹੜਾ ਸਿੰਗਰ ਹੈਗਾ ਜਿਹੜਾ ਗਾਇਕ ਹੈਗਾ ਉਹ ਕੀ ਕਹਿ ਰਿਹਾ ਕਿ 2.5 दिन ਦੀ ਕਹਿਣ ਦਾ ਮਤਲਬ ਇਹ ਜਿਹੜਾ ਮਨੁੱਖ ਜੀਵਨ ਹੈਗਾ ਇਹ ਬਹੁਤ ਹੀ ਛੋਟਾ ਜੀਵਨ ਹੈਗਾ, ठीक है ना। एक कदे भी समाप्त हो सकता है, कोई भी सानू कोई गारंटी नहीं दे सकता कि मैं अगे 60 साल तक जीवांगा
80 ਸਾਲ ਤੱਕ ਜੀਵਾਂਗਾ, 100 ਸਾਲ ਤੱਕ ਜਾਂ 20 ਸਾਲ ਤੱਕ। ਕਹਿਣ ਦਾ ਮਤਲਬ ਹੈ ਕਿਸੇ ਦੀ ਉਮਰ ਕਦੇ ਵੀ ਖਤਮ ਹੋ ਸਕਦੀ ਹੈ ਕਿ ਸਾਨੂੰ ਨਾ ਬਿਲਕੁਲ ਵੀ ਮਾਣ ਨਹੀਂ ਕਰਨਾ ਚਾਹੀਦਾ। ਕਿਉਂ? ਕਿ ਜਿਹੜਾ ਜੀਵਨ ਮਿਲਿਆ ਹੈ ਸਾਨੂੰ ਕਿਸ ਲਈ ਮਿਲਿਆ ਹੈ? ਭਗਵਾਨ ਦੀ ਭਗਤੀ ਕਰਨ ਲਈ। ਕਿਉਂਕਿ ਭਗਵਦ ਗੀਤਾ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਆ ਕਿ हे ਅਰਜੁਨ, ਜਿਹੜਾ ਤੂੰ ਹੈਗਾ ਨਾ, ਤੂੰ ਆਤਮਾ ਆ, ਤੂੰ ਸਰੀਰ ਨਹੀਂ ਹੈਗਾ। ਜੇ ਤੂੰ ਸਰੀਰ ਨਹੀਂ ਹੈਗਾ ਤੇ ਤੂੰ ਸਰੀਰ ਵਾਲੇ ਕੰਮ ਕਿਉਂ ਕਰ ਰਿਹਾ ਸਾਰੇ? ਤੇ ਤੈਨੂੰ ਆਤਮਾ ਵਾਲੇ ਕੰਮ ਕਰਨੇ ਚਾਹੀਦੇ ਹੈ। ਤੇ ਇਸ ਕਰਕੇ ਸਿੰਗਰ ਇੱਥੇ ਕਹਿ ਰਿਹਾ ਹੈ ਕਿ ਪੁੰਨ ਕੱਟ ਲੈ, ਨਹੀਂ ਪੁੰਨ ਕੱਟ ਲੈ ਸਵਾਸਾ ਵਾਲੀ ਰੂਹ। ਕਹਿਣ ਦਾ ਮਤਲਬ ਜਿਹੜਾ ਤੈਨੂੰ ਇਹ ਮਨੁੱਖ ਜੀਵਨ ਮਿਲਿਆ ਨਾ, ਇਹ ਮਨੁੱਖ ਜੀਵਨ ਤੂੰ ਆਤਮਾ ਆ, ਤੈਨੂੰ ਆਪਣੇ ਆਪ ਨੂੰ ਜਾਣਨ ਲਈ ਬਣਿਆ ਹੈ। ਠੀਕ ਹੈ, ਤੂੰ ਆਪਣੇ ਆਪ ਨੂੰ ਪਹਿਚਾਨ ਵੀ, ਤੇਰੀ ਜਿਹੜੀ ਰੀਅਲ ਆਇਡੈਂਟੀਟੀ ਹੈਗੀ ਨਾ, ਉਹ ਤੇਰੀ ਰੀਅਲ ਆਇਡੈਂਟੀਟੀ ਕੀ ਹੈਗੀ ਹੈ, ਤੇ ਉਹਦੇ ਹਿਸਾਬ ਨਾਲ ਤੂੰ ਅੱਗੇ ਕੰਮ ਕਰ। ਚਲੋ ਦੂਜਾ ਸਟੈਂਜਾ ਦੇਖਦੇ ਹਾਂ। ਅੱਜ ਤੱਕ ਇੱਥੇ ਕੋਈ ਨਾ ਟਿਕਿਆ ਕੀ ਰਾਜਾ ਕੀ ਰਾਣਾ, ਪੰਛੀ ਦੇ ਪਰਛਾਵੇ ਵਾਂਗੂ ਇੱਕ ਦਿਨ ਤੈ ਟਲ ਜਾਣਾ। ਸੱਚੇ ਕੰਮ ਨੂੰ ਨੀ ਸੱਚੇ ਕੰਮ ਨੂੰ, ਨੀ ਸੱਚੇ ਕੰਮ ਨੂੰ ਕਹੇ ਨਾ ਕਦੇ ਊਂ, ਐਵੇਂ ਨਾ ਜਿੰਦੇ ਮਾਣ ਕਰੀ। ਜੀ ਹਾਂ, ਹੁਣ ਦੇਖੋ ਇੱਥੇ ਚਮਕੀਲਾ ਕੀ ਕਹਿ ਰਿਹਾ ਹੈ। ਕਹਿੰਦੇ ਹੈ ਕਿ ਅਸੀਂ ਆਪਣੇ ਘਮੰਡ ਦੇ ਵਿੱਚ ਆ ਕੇ ਕਿ ਮੈਂ ਬਹੁਤ ਪੈਸੇ ਵਾਲਾ ਬੰਦਾ ਆ, ਠੀਕ ਹੈ ਨਾ, ਮੇਰੇ ਕੋਲ ਵੱਡੀਆਂ ਵੱਡੀਆਂ ਕਾਰਾਂ ਹੈਗੀਆਂ, ਵੱਡੇ ਵੱਡੇ ਫੈਕਟਰੀ ਹੈਗੇ ਆ, ਕਿੰਨੇ ਸਾਰੇ ਨੌਕਰ ਚਾਕਰ ਹੈ ਕਿ ਮੈਂ ਬਹੁਤ ਅਮੀਰ ਆ, ਮੇਰੀ ਸਮਾਜ ਦੇ ਵਿੱਚ ਮੇਰੀ ਧਾਕ ਬਹੁਤ ਹੈਗੀ ਆ, ਜਦੋਂ ਮੈਂ ਚੱਲਦਾ ਆ ਲੋਕੀ ਮੇਰੇ ਤੋਂ ਡਰਦੇ ਆ, ਇੱਦਾਂ ਆ ਉੱਦਾਂ ਆ। ਤੇ ਉਹ ਕਹਿੰਦੇ ਹੈ ਕਿ ਤੁਸੀਂ ਸ਼੍ਰੀਮਦ ਭਾਗਵਤਮ ਉਠਾ ਕੇ ਦੇਖੋ, ਜਿੰਨੇ ਵੀ ਇਤਿਹਾਸ ਹੈਗੇ ਪੁਰਾਣ ਹੈਗੇ, ਤੁਸੀਂ ਉਹਨਾਂ ਨੂੰ ਉਠਾ ਕੇ ਦੇਖੋ। ਤੁਹਾਡੇ ਤੋਂ ਵੀ ਵੱਡੇ ਵੱਡੇ ਰਾਜਾ ਮਹਾਰਾਜਾ ਆਏ ਸੀਗੇ ਤੇ ਕਿੱਥੇ ਗਏ? ਉਹ ਚੱਲ ਗਏ। ਜਿਵੇਂ ਹਿਟਲਰ ਹੈ, ਨੈਪੋਲੀਅਨ ਹੈ ਅੱਜ ਦੀ ਡੇਟ ਦੇ, ਠੀਕ ਹੈ, ਕਿੰਨੇ ਸਾਰੇ, ਕਿੱਥੇ ਉਹ ਸਾਰੇ ਬੰਦੇ? ਉਹ ਪੰਛੀ ਦੇ ਪਰਛਾਵਾਂ, ਜਦੋਂ ਪੰਛੀ ਉੜਦਾ ਹੈ ਨਾ ਤੇ ਉਹਦੀ ਜਿਹੜੀ ਸ਼ੈਡੋ ਹੈਗੀ ਹੈ, ਉਹਦਾ ਜਿਹੜਾ ਪਰਛਾਵਾ ਹੈ ਉਹ ਇੱਕ ਥਾਂ ਨਹੀਂ ਟਿਕਦਾ। ਤੇ ਸਾਡਾ ਜਿਹੜਾ ਜੀਵਨ ਹੈਗਾ ਨਾ ਉਹ ਇਸ ਹਿਸਾਬ ਨਾਲ ਹੈਗਾ। ਅੱਜ ਅਸੀਂ ਇਸ ਮਨੁੱਖ ਯੂਨਿਟ ਦੇ ਵਿੱਚ ਹੈ ਤੇ ਆਪਣੇ ਕਰਮ ਦੇ ਸਾਲ ਅਗਲੇ ਜਿਹੜਾ ਜਨਮ ਹੋ ਸਕਦਾ ਆ, ਉਹ ਸਾਡਾ ਆਪਣਾ ਇਸ ਮਨੁੱਖ ਜਨਮ ਦਾ ਕਰਮ ਡਿਸਾਈਡ ਕਰਦਾ ਆ ਕਿ ਅਸੀਂ ਕੁੱਤੇ ਦੀ ਯੋਨੀ 'ਚ ਜਾ ਰਹੇ ਹਾਂ, ਬਿੱਲੀ ਦੀ, ਸੂਅਰ ਦੀ, ਜਾਨਵਰ ਦੀ, ਪੇੜ ਪੌਦਿਆਂ ਦੀ, ਪਸ਼ੂ ਪਕਸ਼ੀਆਂ ਦੀ, ਠੀਕ ਹੈ, ਮੱਛਲੀਆਂ ਦੀ। ਇਹ ਸਾਡਾ ਕੰਮ ਕਰਦਾ ਆ। ਤੇ ਉਹੀ ਕਹਿ ਰਿਹਾ ਹੈ ਕਿ ਤੁਸੀਂ ਇੱਥੇ ਬਾਰ-ਬਾਰ ਜਾਗੋ। ਤੇ ਜਦੋਂ ਕੋਈ ਤੁਹਾਨੂੰ ਸਾਧੂ ਸੰਤ ਆ ਕੇ ਕਹਿੰਦੇ ਆ, ਜਦੋਂ ਤੁਹਾਨੂੰ ਸ਼ਾਸਤਰ ਕਹਿੰਦਾ ਹੈ ਕਿ ਵੀ ਚਲੋ ਉਠੋ ਭਗਤੀ ਕਰੋ, ਤਾਂ ਅਸੀਂ ਕੀ ਕਹਿੰਦੇ? ਸੱਚੇ ਕੰਮ ਨੂੰ ਕਦੇ ਨਾ ਕਰੇ ਨੂੰ। ਅਸੀਂ ਜਦੋਂ ਲੋਕਾਂ ਨੂੰ ਕਹਿੰਦੇ ਭਾਈ ਸਾਹਿਬ ਆ ਕੇ ਤੁਸੀਂ ਮਾਲਾ ਕਰੋ, ਹੈ ਨਾ, ਤੁਸੀਂ ਮੰਦਰਾਂ 'ਚ ਆਓ, ਤੁਸੀਂ ਗੁਰਦੁਆਰੇ 'ਚ ਆਓ, ਤੁਸੀਂ ਆ ਕੇ ਉੱਥੇ ਸੇਵਾ ਕਰੋ, ਸਾਧੂ ਸੰਤਾਂ ਦਾ ਸੰਗ ਕਰੋ, ਪਰ ਅਸੀਂ ਕੀ ਕਹਿੰਦੇ? ਕਰ ਲਾਂਗੇ ਜੀ, ਬਾਅਦ 'ਚ ਕਰ ਲਾਂਗੇ, ਹਜੇ ਕਿੰਨਾ ਕੁ ਟਾਈਮ ਪਿਆ ਆ, ਅਜੇ ਤਾਂ ਬਹੁਤ ਕੁਝ ਕਰਨਾ ਹੈ। ਉਹੀ ਕਹਿ ਰਹੇ ਕਿ ਸੱਚੇ ਕੰਮ ਨੂੰ, ਸੱਚਾ ਕੰਮ ਕੀ ਹੈ? ਭਗਵਾਨ ਦਾ ਨਾਂ ਲੈਣਾ, ਉਹਨਾਂ ਦੀ ਭਗਤੀ ਕਰਨਾ, ਉਹਨਾਂ ਦੀ ਸੇਵਾ ਕਰਨਾ, ਉਹਨਾਂ ਦੇ ਬਾਰੇ ਜਾਣਨਾ ਤੇ ਲੋਕਾਂ ਨੂੰ ਬਣਾਉਣਾ, ਇਹਨੂੰ ਕਹਿੰਦੇ ਸੱਚਾ ਕੰਮ। ਤੇ ਸੱਚੇ ਕੰਮ ਨੂੰ ਕਦੇ ਨਾ ਕਰੇ ਤੇ ਕਿੰਨੇ ਸਾਰੇ ਲੋਕੀ ਅਸੀਂ ਕਹਿੰਦੇ ਭਾਈ ਸਾਹਿਬ ਆ ਜਾਓ, ਉਹ ਕਹਿੰਦੇ ਨਹੀਂ ਆਪਾਂ ਨਹੀਂ ਕਰਨਾ, ਬਾਅਦ 'ਚ ਕਰ ਲਾਂਗੇ। ਤੇ ਉਹੀ ਕਹਿ ਰਿਹਾ ਕਿ ਸੱਚੇ ਕੰਮ ਨੂੰ ਕਦੇ ਨਾ ਕਰੇ ਕਿਉਂ? ਕਿਉਂਕਿ 2.5 ਦਿਨ ਦੀ ਪਰੌਣੀ ਹੈ। ਤੂੰ ਇਸ ਦੁਨੀਆ ਦੇ ਵਿੱਚ ਖਾਲੀ 2.5 ਦਿਨ ਦਾ ਮਹਿਮਾਨ ਹੈਗਾ। ਤੇ ਇੰਨਾ ਮਾਣ ਹੀ ਨਹੀਂ ਕਰੀਦਾ ਹੁੰਦਾ, ਕਿਉਂਕਿ ਸਾਡੀ ਜਿਹੜੀ ਇੱਜ਼ਤ ਹੈ ਨਾ ਬੜੇ ਪਿਆਰ ਨਾਲ ਸ਼ਾਸਤਰਾਂ ਦੇ ਹਿਸਾਬ ਨਾਲ ਬਿਨਾ ਭਗਵਾਨ ਦੇ ਭਗਤੀ ਤੋਂ ਜ਼ੀਰੋ ਹੈਗੀ ਹੈ, ਉਹਦੀ ਕੋਈ ਵੈਲਿਊ ਨਹੀਂ ਹੈਗੀ ਹੈ। ਤੇ ਸਾਨੂੰ ਬਿਲਕੁਲ ਵੀ ਫਾਲਤੂ ਦਾ, ਜਿਹਨੂੰ ਕਹਿੰਦੇ ਨਾ ਘਮੰਡ ਦੇ ਵਿੱਚ ਆ ਕੇ ਸਾਨੂੰ ਮਾਣ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੀ ਔਕਾਤ ਪਛਾਣਨੀ ਚਾਹੀਦੀ ਹੈ ਕਿ ਵਾਕਈ ਮੇਰੇ ਦਾਤਾ ਦੇ ਅੱਗੇ ਮੇਰੀ ਔਕਾਤ ਕੀ ਹੈਗੀ ਹੈ, ਮੈਂ ਉਹਨਾਂ ਦਾ ਦਾਸ ਹੈਗਾ। ਚਲੋ ਅੱਗੇ ਦੇਖੀਏ ਕਿ ਕੀ ਕਹਿ ਰਹੇ ਹਨ। ਛੱਡ ਦੇ ਐਵੇਂ ਧੱਕੇ ਦੇ ਨਾਲ ਹੱਕ ਬਗਾਣਾ ਖਾਣਾ, ਪਾਪਾ ਨਾਲ ਕਮਾਇਆ ਪੈਸਾ ਨਾਲ ਤੇਰੇ ਨਹੀਂ ਜਾਣਾ। ਪੁੱਤ ਜੰਮਦਾ ਨੀ ਪੁੱਤ ਜੰਮਦਾ, ਨੀ ਪੁੱਤ ਜੰਮਦਾ ਮਚੂਗਾ ਜਿਵੇਂ ਰੂ, ਐਵੇਂ ਨਾ ਜਿੰਦੇ ਮਾਣ ਕਰੀ। 2.5 ਦਿਨ ਦੀ ਪਰੌਣੀਏ ਤੇ ਤੂੰ, ਐਵੇਂ ਨਾ ਜਿੰਦੇ ਮਾਣ ਕਰੀ। ਜੀ ਹਾਂ, ਜਦੋਂ ਇਨਸਾਨ ਨੂੰ ਇਹ ਨਹੀਂ ਪਤਾ ਲੱਗਦਾ ਕਿ ਭਾਈ ਉਹ ਆਤਮਾ ਜਾਂ ਸਰੀਰ ਆ, ਤੇ ਉਹ ਕਿਹੋ ਜਿਹੇ ਕੰਮ ਕਰੂਗਾ? ਉਹ ਪਾਪਾਂ ਵਾਲੇ ਕੰਮ ਕਰੂਗਾ। ਠੀਕ ਹੈ, ਉਹ ਲੋਕਾਂ ਨਾਲ ਧੋਖਾ ਕਰਦਾ ਆ, ਫਰੇਬੀਆਂ ਕਰਦਾ ਆ, ਅਗਲੇ ਨੂੰ ਨੀਚ ਦਿਖਾਉਂਦਾ ਆ, ਇਹ ਦਿਖਾਉਣ ਲਈ ਕਿ ਮੈਂ ਕਿੰਨਾ ਸੁਪੀਰੀਅਰ ਆ, ਮੈਂ ਕਿੰਨਾ ਤਾਕਤਵਰ ਆ। ਤੇ ਇਸੇ ਕਰਕੇ ਕਹਾ ਗਿਆ ਸਾਨੂੰ ਇਹ ਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਵਿੱਚ ਲੋਕਾਂ ਦਾ ਦਿਲ ਦੁਖੇ।
क्यों? क्योंकि जिहड़ा ओह इंसान हैगा वो भी परमात्मा नाल जुड़िया होया है। भगवान कहते हैं ममय वंशो जीव लोके जीव भूता सनातना। ਇਹਦਾ मतलब ਕੀ है कि जिन्ने भी लिविंग एंटिटी हैगे आ वो जिन्नी भी योनियां ਦੇ ਵਿੱਚ ਹੈਗੇ 84 ਲੱਖ योनियां ਦੇ ਵਿੱਚ ਉਹ ਸਾਰੇ ਸੇ ਸਾਰੇ ਮੇਰੇ ਅੰਸ਼ ਹੈਗੇ ਆ। ਜੇ ਤੁਸੀਂ ਉਹਨਾਂ ਦਾ ਦਿਲ ਦੁਖਾਉਂਦੇ ਹੋ ਨਾ ਤੇ ਪਰਮਾਤਮਾ ਉਹਨਾਂ ਦੇ ਹਿਰਦੇ ਦੇ ਵਿੱਚ ਵੀ ਬੈਠਾ ਹੋਇਆ ਹੈ, ਸਾਡੇ ਹਿਰਦੇ ਦੇ ਵਿੱਚ ਬੈਠਾ ਹੋਇਆ ਕਿ ਜਦੋਂ ਪਰਮਾਤਮਾ ਨੂੰ ਲੱਗਦਾ ਕਿ ਵੀ ਮੇਰੇ ਪੁੱਤ ਦਾ ਦਿਲ ਦੁਖਿਆ ਹੈ ਨਾ ਤਾਂ ਉਹਨਾਂ ਦਾ ਵੀ ਉਹਨਾਂ ਦਾ ਵੀ ਜਿਹੜਾ ਦਿਲ ਹੈਗਾ ਨਾ ਉਹ ਵੀ ਬਹੁਤ ਦੁਖਦਾ ਹੈ ਪਰਮਾਤਮਾ ਦਾ। ਤੇ ਇਸ ਕਰਕੇ ਭਗਵਾਨ ਕਹਿੰਦੇ ਕਿਸੇ ਦਾ ਹੱਕ ਮਾਰ ਕੇ, ठीक है, किसी का झूठ फरेबी नाल करदे असी बिल्कुल धन नहीं कमाना ते ये जीवन नहीं जीना। क्यों? क्योंकि जे असी इदा किया सानू अपने आखिरी समय दे नहीं तो अगले जन्म ते कदे भी सानू ओदा भुगतान करना पैना है और वो बहुत महंगा भुगतान होंदा है। ते जदों आउंदा आ ते इह दे लोकी बोलदे आ की कहंदे अपने आप नू कि बई मैं तो सच्चा बंदा आ, मेरे नाल इन्ना बुरा क्यों हो रहा? बई ऐ नहीं हो सकता, जे तेरे नाल कुछ हो रहा ना गलत, ਇਹਦਾ मतलब तू पिछले जन्मां दे विच किसी दे नाल कुछ गलत कीता आ, क्योंकि किसी दे नाल कुछ इदा गलत नहीं हो सकता। श्रीमद भागवतम भागवत गीता कहती है कि बंदे ने पूर्व जन्मां तो जिद्दां दे कर्म कमाए है ਉਹ ਤੇ ਤੁਹਾਨੂੰ 1% भी ना ਉਹਨੂੰ ज़्यादा खुशी मिलूगी ना 1% घट मिलूगी, ਉਹਨੂੰ बराबर मिलूगी। ਉਹਦਾ ਦਾ ਉਹਨੂੰ दुख भी है, ना 1% ज़्यादा मिलूगा ना 1% घट मिलूगा, ਉਹਨੂੰ बराबर का हिसाब किताब मिलना आ। तो सानू इस गल का बहुत ध्यान रखना चाहिए कि साडी हरकत का दुख किसी का दुख ना मिले, क्योंकि जिन्ना रब ने साडे हक च रखा होया है सानू ਉਹਦੇ 'ਚ खुश रहना चाहिए ते ਉਹਦਾ ਦਾ नाम जप के ਉਹਨਾਂ ਦੀ सेवा करके इस बहुती जगत तो निकल के जिथे अपना रियल स्थान हैगा, किथे हैगा अध्यात्मिक जगत गोलोक वृंदावन, सानू उत्थे जाके रहना है। चलो हुण देखते हैं अगले च की कहते हैं। पड़े भागा नाल मिली है तैनू मानस देही, अंत वेले तेरा कोई नहीं वेली अपना आप सुने ही, बिना नाम तो नी बिना नाम तो बिना नाम तो ददे ना पानी तू, एवें ना जिंदे मान करी 2.5 दिन दी परौणीए थे तू, एवें ना जिंदे मान करी। हुण देखो तैनू ये जिहड़ा मनुष्य जीवन सानू मिलिया ना सारियां नू ये बहुत बहुत जन्मां अरबां खरबां तो बाद मिलिया, जिन्होंने कहते 84 लाख योनियां दे विच जाण तो। देखो कुत्ता की हैगी है एक योनी हैगी है, ठीक है, मगर उस कुत्ते दे योनी दे विच कितनी सारी ब्रीडां हैगी है। असीं कहंदे हैं पमेरियन कुत्ता, पबजी कुत्ता, शिकारी कुत्ता है, और की कहंदा है जर्मन शैफर्ड, कितने सारे उहदे विच ब्रीड हैगी है। और एक ब्रीड हैगी है मंकी बंदर, बंदर दे विच भी कितनी सारी वैरायटी हैगी है, लंगूर हैगा, चिंपैंजी हैगा, बंदर हैगा, गोरीला हैगा, और भी थां तरह दे हैगे। इन्हां सारियां योनियां दे विच इन्हां सारियां शरीरां लैके तानू तब जाके आ मनुष्य जीवन मिलिया आ। देखो और ये मनुष्य जीवन भी असी इसे हिसाब नाल रो के लड़ के धोखा दे के किसी नू गाली गलोज करके अपने आप नू ऊपर रख के अगले नू थले रखे जे असी जीवन जिया ना ते असी की जीवन जीता, ठीक है ना। क्योंकि देखो तुसी जिथे भी चल जाओ, ठीक है, भावें गुरुद्वारे चल जाओ, भावें तुसी मस्जिद चल जाओ, भावें तुसी मंदिर चल जाओ, भावें तुसी चर्च चल जाओ, हर कोई इस गल नू बहुत ज़्यादा जोर लाउंदा आ कि प्लीज़ जे तुसी इस गल नू जरूर समझो कि आ जिहड़ा मनुष्य जीवन हैगा ना, ये मनुष्य जीवन कहते हैं शास्त्रा दे विच एक नौका दे समान हैगा, है ना। जदों एक बंदा कोने ते खड़िया आ भव सागर दे विच समुद्र दे विच ते उहनूं समुद्र की करना आ क्रॉस करना आ, उहनूं पार करना आ, तो वो अरबों खरबों लखां सालां बाद वेट कर रहा है किते जाके एक उन्होंने नौका मिलती है वो नौका दे विच बह जाता है। तो वह एक परपस है नौका का कि वह भव सागर नूं पार करे, वो उस सागर नूं पार करे, पर वो की करता आ वो बोट दे विच पा के इत्थे उत्थे गेड़ियां लाउंदा आ, और जदों बोट का टाइम खत्म हो जाता वो बेचारा फिर फस जाता, फिर कोने ते आके रोंदा आ कि रब्बा मैनू बोट दे दे, मैं फिर दोबारा इत्थों निकलांगा, मैं इत्थे सफ़र कर रहा। तो इस करके मनुष्य जीवन एक बोट के समान कही गई है, एक नौका के समान कही गई है। तो ये नौका असी इस्तेमाल करनी है किहदे लई, इस भव सागर ये जिहड़ा जन्म मृत्यु का चक्कर हैगा ना, ये तो निकल के असी अपने आध्यात्मिक जाम जिथे अपना असली गोल हैगा असी उत्थे जाके जा सकीए।
चलिए अगले से चलते हैं। काबल होके तू पुली जिंदे अपना असल ठिकाना, ना तो हेरी वांगू अंत वेले पछताना। दुखी करे ना नी दुखी करे ना, दुखी करे ना किसे दा वेलू, एवे ना जिंदे माण करी। 2.5 दिन दी परौणीए थे तू, ਐਵੇਂ ਨਾ ਜਿੰਦੇ ਮਾਣ ਕਰੀ। ਹੁਣ ਦੇਖੋ ਇਹ ਕੀ ਕਹਿ ਰਹੇ ਹੈ ਕਿ ਅਸੀਂ ਸਾਡੇ ਉੱਤੇ ਕਿੰਨੀ ਸਾਰੀਆਂ ਠੀਕ ਹੈ ਝੂਠੀਆਂ ਕੀ ਲੱਗੀਆਂ ਆਇਡੈਂਟੀਫਿਕੇਸ਼ਨ ਲੱਗੀ ਹੋਈ ਹੈ। ਠੀਕ ਹੈ, ਤੂੰ ਮੇਰਾ ਪੁੱਤ ਆ, ਠੀਕ ਹੈ, ਤੂੰ ਮੇਰਾ ਪਿਓ ਆ, ਤੂੰ ਮੇਰਾ ਭਰਾ ਆ, ਤੂੰ ਮੇਰਾ ਇਹ ਹੈ, ਤੂੰ ਸਾਡੇ ਦੇਸ਼ ਦਾ ਨਾਗਰਿਕ ਆ, ਤੂੰ ਸਾਡੇ ਸਕੂਲ ਦਾ ਮੁੰਡਾ ਆ, ਤੂੰ ਸਾਡੇ ਕਾਲਜ ਦਾ ਮੁੰਡਾ ਆ, ਤੂੰ ਮੇਰਾ ਭਰਾ ਆ, ਤੂੰ ਮੇਰਾ ਬॉयਫ੍ਰੈਂਡ ਹੈ, ਤੂੰ ਮੇਰਾ ਇਹ ਹੈ। ਤੇ ਕਿੰਨੇ ਸਾਰੇ ਲੋਕੀ ਸਾਡੇ ਉੱਤੇ ਕਿੰਨੇ ਸਾਰੇ ਹੱਕ ਜਮਾਉਂਦੇ ਨੇ। ਠੀਕ ਹੈ, ਪਰ ਅੰਤ 'ਚ ਕੋਈ ਵੀ ਕੰਮ ਨਹੀਂ ਆਉਂਦਾ, ਅੰਤ 'ਚ ਕੋਈ ਵੀ ਕੰਮ ਨਹੀਂ ਆਉਂਦਾ। ਕਿਉਂ? ਕਿਉਂਕਿ ਇਹ ਜਿੰਨੇ ਵੀ ਹੈਗੇ ਹੈ ਇਹ ਸਾਡੇ ਸਰੀਰ ਨਾਲ ਜੁੜੇ ਹੋਏ ਰਿਸ਼ਤੇ ਹੈ। ਜਿਹੜਾ ਸਾਡਾ ਅਸਲੀ ਰਿਸ਼ਤਾ ਹੈਗਾ ਨਾ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਲ ਹੈ, ਕਿਉਂਕਿ ਉਹੀ ਕਹਿ ਰਹੇ ਹੈ ਕਿ ਮਮੈ ਵੰਸੋ ਜੀਵ ਲੋਕੇ ਜੀਵ ਭੂਤਾ ਸਨਾਤਨਾ। ਹੁਣ ਤੁਸੀਂ ਧਿਆਨ ਨਾਲ ਸਮਝੋ, ਕਿਉਂਕਿ ਭਗਵਾਨ ਇੱਕ ਜਗ੍ਹਾ ਹੋਰ ਵੀ ਕਹਿੰਦੇ ਆ ਭੂਮੀ ਅਪੋ ਨਲੋ ਵਾਯੁਰ ਖਮ ਮਨੋਰ ਬੁੱਧੀ ਇਹ ਬਚਾ ਅਹੰਕਾਰਾ ਇਦਿਆ में भिन्न प्रकृति अष्टदा। कि ਜਿਹੜੀ ਆਤਮਾ ਹੈ ਨਾ, ਆਤਮਾ ਦੇ ਉੱਪਰ ਇੱਕ ਜਿਹੜੀ ਫਾਰਮ ਆਈ ਹੋਈ ਹੈ ਉਹਨੂੰ ਕਹਿੰਦੇ ਸੂक्ष्म ਫਾਰਮ, ਜੇ ਉਹ ਬਣੀ ਹੋਈ ਹੈ ਮਾਈਂਡ ਇੰਟੈਲੀਜੈਂਸ ਦੇ ਫਾਲਸ ਈਗੋ ਨਾਲ, ਤੇ ਉਹਦੇ ਉੱਤੇ ਇੱਕ ਲੇਅਰ ਚੜੀ ਇੱਕ ਨੇ ਕਹਿੰਦੇ स्थूल ਬਣੀ ਹੈ ਅਰਥ ਵਾਟਰ ਫਾਇਰ ਏਅਰ ਈਜ਼ਰ ਦੇ ਨਾਲ। ਠੀਕ ਹੈ, ਕਿ 5 ਮਹਾਭੂਤ ਹੈਗੇ ਤੇ 3 ਜਿਹੜੇ ਹੈਗੇ ਸੂक्ष्म ਹੈਗੇ ਆ। ਭਗਵਾਨ ਕਹਿੰਦੇ ਇਹ ਜਿਹੜੀ ਮੇਰੀ ਹੈਗਾ ਇਹ ਮੇਰੀ એનર્ਜੀਆਂ ਹੈਗੀਆਂ। ਤੇ ਆਤਮਾ ਨੂੰ ਕਹਿੰਦੇ ਮਮੈ ਵੰਸੋ ਜੀਵ ਲੋਕੇ ਜੀਵ ਭੂਤਾ, ਕਿ ਕਹਿੰਦੇ ਵੀ ਸਥੂਲ ਵੀ ਭਗਵਾਨ ਦਾ, ਸੂक्ष्म ਵੀ ਭਗਵਾਨ ਦਾ ਤੇ ਆਤਮਾ ਦੀ ਭਗਵਾਨ ਦੀ। ਤੇ ਬੰਦਾ ਫਿਰ ਕਿਉਂ ਇਸ ਜਗਤ ਦੇ ਵਿੱਚ ਰਹਿ ਕੇ ਇਹ ਕਹਿੰਦਾ ਆ ਕਿ ਮੈਂ ਇਸ ਦੇਸ਼ ਦਾ ਆ, ਮੈਂ ਇਸ ਘਰ ਦਾ ਆ, ਮੈਂ ਇਸ ਜਾਤੀ ਦਾ ਆ, ਮੈਂ ਇਸ ਮੁਹੱਲੇ ਦਾ ਆ, ਮੈਂ ਇਸ ਰਾਜ ਦਾ ਆ। ਇਹੀ ਕਿ ਇਹਨੂੰ ਕਹਿੰਦੇ ਆ ਝੂਠੀ ਆਇਡੈਂਟੀਫਿਕੇਸ਼ਨ, ਝੂਠੀ ਪਹਿਚਾਨ। ਕਿਉਂਕਿ ਜਿਹੜੀ ਅਸਲੀ ਪਹਿਚਾਨ ਹੈਗੀ ਆ ਉਹ ਕੀ ਹੈਗੀ ਸਾਡੀ ਕ੍ਰਿਸ਼ਨੇਰੇ ਨਿਤਿਆ ਦਾਸ, ਜੀਵੇਰੇ ਸਰੂਪ ਹੋਵੇ ਕ੍ਰਿਸ਼ਨੇਰੇ ਨਿਤਿਆ ਰਾਸ। ਕਿ ਜਿਹੜੀ ਜੀਵ ਹੈਗੀ ਨਾ ਉਹਦਾ ਸਰੂਪ ਹੈਗਾ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਨਿਤਿਆ ਸੇਵਕ ਹੋਣਾ। ਤੇ ਅੱਜ ਦੇ ਲਈ ਇੰਨਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਅੱਜ ਦੀ ਵੀਡੀਓ ਦੇ ਨਾਲ ਤੁਸੀਂ ਥੋੜਾ ਜਿਹਾ ਸੋਚਿਓ ਜਰਾ ਕਿ ਵਾਕਈ ਮੈਂ ਆਪਣੇ ਮਨੁੱਖ ਜੀਵਨ ਨਾਲ ਵਾਕਈ ਮੈਂ ਨਿਆਂ ਕਰ ਰਿਹਾ ਕਿ ਮੈਂ ਅਨਿਆਏ ਕਰ ਰਿਹਾ। ਇਹ ਜਿਹੜਾ ਮੈਨੂੰ ਸਰੀਰ ਮਿਲਿਆ ਇਹ ਕਾਹਦੇ ਲਈ ਮਿਲਿਆ ਤੇ ਮੈਂ ਇਹਨਾਂ ਸਫਰ ਕਿਉਂ ਕਰ ਰਿਹਾ ਤੇ ਇਹਦਾ ਸੋਲੂਸ਼ਨ ਕੀ ਹੈਗਾ, ਇਹਦਾ ਪਰਮਾਨੈਂਟ ਸੋਲੂਸ਼ਨ ਕੀ ਹੈਗਾ। ਤੁਸੀਂ ਇਹਦੇ ਬਾਰੇ ਜ਼ਰੂਰ ਸੋਚਿਓ ਤੇ ਬਾਕੀ ਲੋਕਾਂ ਨੂੰ ਵੀ ਦੱਸਿਓ। ਪਰ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਭਾਈ ਮੈਂ ਹੁਣ ਅੱਗੇ ਵਧਣਾ ਆ ਤੇ ਉਹਦੇ ਲਈ ਤੁਸੀਂ ਭਾਗਵਤ ਗੀਤਾ ਤੇ ਸ਼੍ਰੀਮਦ ਭਾਗਵਤਮ ਘਰ ਤੇ ਲਿਆ ਕੇ ਜ਼ਰੂਰ ਪੜੋ। ਤਦ ਤੱਕ ਹਰੇ ਕ੍ਰਿਸ਼ਨਾ।